ਹੈਲੋ ਬੱਚੋ। ਹਾਂਜੀ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡੀ ਪੰਜਾਬੀ ਦੀ ਅਧਿਆਪਿਕਾ। ਹਾਂਜੀ ਬੱਚੇ, ਅਸੀਂ ਜਿਹੜੀ ਬੁੱਧਵਾਰ ਦੀ ਵੀਡੀਓ ਦੇ ਵਿੱਚ ਸਾਹਿਤਕ ਰੰਗ ਪਾਰਟ 1 ਦਾ ਪਾਠ 1 ਪੜ੍ਹਿਆ ਸੀ, ਚੈਪਟਰ 1, ਇੱਕ ਸਧਾਰਨ ਆਦਮੀ, ਸੰਤੋਖ ਸਿੰਘ ਧੀਰ ਦੁਆਰਾ ਲਿਖੀ ਹੋਈ ਕਹਾਣੀ। ਉਸ ਕਹਾਣੀ ਦੇ ਵਿੱਚ ਜਿਉਣਾ ਤੇ ਉਸ ਦਾ ਭਰਾ ਬਚਨਾ ਤੇ ਸੱਦਾ ਸਿੰਘ, ਇਹਨਾਂ ਤਿੰਨਾਂ ਦਾ ਮੇਨ ਰੋਲ ਹੈ। ਜਿਉਣੇ ਬਾਰੇ ਦੱਸ ਰੱਖਿਆ ਹੈ ਕਿ ਜਿਉਣਾ ਤੇ ਬਚਨਾ ਦੋਨੋਂ ਭਰਾ ਪਾਣੀ ਲਾਉਣ ਆਉਂਦੇ ਹਨ ਆਪਦੇ ਖੇਤਾਂ ਨੂੰ, ਜਿਸ ਕਰਕੇ ਸੱਦਾ ਸਿੰਘ ਉਹਨਾਂ ਦੇ ਅੱਗੇ ਅੜ ਜਾਂਦਾ ਹੈ ਕਿ ਅੱਜ ਸਾਡੀ ਵਾਰੀ ਹੈ, ਸਾਡੀ ਵਾਰੀ ਹੈ। ਇਸ ਚੱਕਰ ਦੇ ਵਿੱਚ ਉਹ ਦੋਨੋਂ ਆਪਸ ਵਿੱਚ ਲੜ ਪੈਂਦੇ ਹਨ ਤੇ ਜਿਉਣਾ ਕਈ ਮਾਰ ਕੇ ਸੱਦਾ ਸਿੰਘ ਦਾ ਕਤਲ ਕਰ ਦਿੰਦਾ ਹੈ। ਹਾਂਜੀ ਬੱਚੇ, ਹਾਲਾਂਕਿ ਜਿਉਣੇ ਨੇ ਇੱਕ ਸਧਾਰਨ ਆਦਮੀ ਹੁੰਦੇ ਹੋਏ ਉਹਨੇ ਕਦੇ ਕੁੱਤੇ ਦੇ ਵੀ ਸੋਟੀ ਨਹੀਂ ਮਾਰੀ ਹੁੰਦੀ, ਪਰ ਉਸ ਦੇ ਹੱਥੋਂ ਗੁੱਸੇ ਨਾਲ ਕਤਲ ਹੋ ਜਾਂਦਾ ਹੈ। ਇਹ ਗੱਲ ਅਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਜਿਹੜਾ ਗੁੱਸਾ ਹੈ ਉਹ ਇਨਸਾਨ ਦਾ ਦਿਮਾਗ ਖਰਾਬ ਕਰ ਦਿੰਦਾ ਹੈ। ਪਲ ਭਰ ਦਾ ਗੁੱਸਾ ਸਾਡੀ ਜ਼ਿੰਦਗੀ ਬਦਲ ਕੇ ਰੱਖ ਦਿੰਦਾ ਹੈ। ਅਸੀਂ ਹੁੰਦੇ ਕੁਛ ਹੋਰ ਹਾਂ ਤੇ ਬਣ ਅਸੀਂ ਕੁਛ ਹੋਰ ਹੀ ਜਾਂਦੇ ਹਾਂ, ਕਿਉਂਕਿ ਜਿਉਣਾ ਇੱਕ ਸਧਾਰਨ ਆਦਮੀ ਹੁੰਦਾ ਹੋਇਆ ਜਿਹਨੇ ਕਦੇ ਕੁੱਤੇ ਦੀ ਵੀ ਸੋਟੀ ਨਹੀਂ ਮਾਰੀ, ਉਸਨੇ ਕਤਲ ਕਰ ਦਿੱਤਾ। ਇਹ ਸੋਚ ਕੇ ਹੀ ਦਿਮਾਗ ਖਰਾਬ ਹੋ ਜਾਂਦਾ, ਉਸ ਬੰਦੇ ਦੀ ਜ਼ਿੰਦਗੀ ਖਰਾਬ ਹੋ ਗਈ। ਐਸੇ ਵਾਸਤੇ ਸਾਨੂੰ ਗੁੱਸੇ ਦੇ ਵਿੱਚ ਕਦੇ ਵੀ ਕੋਈ ਸਟੈਪ ਨਹੀਂ ਲੈਣਾ ਚਾਹੀਦਾ, ਕਿਉਂਕਿ ਗੁੱਸਾ ਇਨਸਾਨ 'ਤੇ ਜਦੋਂ ਆਉਂਦਾ ਹੈ ਉਬਲਦੇ ਹੋਏ ਦੁੱਧ ਵਾਂਗ ਆਉਂਦਾ ਹੈ। ਕਈਆਂ ਦਾ ਗੁੱਸਾ ਤਾਂ ਜਿਵੇਂ ਦੁੱਧ ਥੱਲੇ ਬੈਠ ਜਾਂਦਾ ਹੈ, ਇੱਦਾਂ ਠੰਡਾ ਹੋ ਜਾਂਦਾ ਹੈ, ਇਸ ਤਰ੍ਹਾਂ ਕਈਆਂ ਦਾ ਗੁੱਸਾ। ਪਰ ਕਈਆਂ ਦਾ ਗੁੱਸਾ ਇੰਨਾ ਤੇਜ਼ ਹੁੰਦਾ ਹੈ ਕਿ ਉਹ ਜਦੋਂ ਤੱਕ ਉਹ ਬਦਲਾ ਨਹੀਂ ਲੈ ਲੈਂਦਾ ਉਦੋਂ ਤੱਕ ਉਸ ਦਾ ਗੁੱਸਾ, ਉਸ ਦਾ ਪਾਰਾ ਚੜ੍ਹਿਆ ਰਹਿੰਦਾ ਹੈ, ਜਿਹੜੀ ਕਿ ਗਲਤ ਹੈ। ਇਸੇ ਤਰ੍ਹਾਂ ਇਸ ਜਿਹੜੀ ਤੁਹਾਡੀ ਕਹਾਣੀ ਹੈ, ਇਹਦੇ 'ਤੇ ਬਹੁਤ ਸਾਰੇ ਕੁਐਸਚਨਸ ਬਣਦੇ ਹੈ। ਸਭ ਤੋਂ ਪਹਿਲਾ ਕੁਐਸਚਨ ਤਾਂ ਇਹ ਹੀ ਬਣਦਾ ਹੈ ਕਿ ਪਲ ਭਰ ਦਾ ਗੁੱਸਾ ਇਨਸਾਨ ਦੀ ਜ਼ਿੰਦਗੀ ਕਿਵੇਂ ਬਦਲ ਦਿੰਦਾ ਹੈ। ਜਾਂ ਤੁਸੀਂ ਵੀ ਕਦੇ ਜ਼ਿੰਦਗੀ 'ਚ ਇੱਦਾਂ ਦਾ ਗੁੱਸਾ ਕੀਤਾ ਹੋਵੇ ਤਾਂ ਆਪਦੀ ਕਦਰਾਂ ਕੀਮਤਾਂ ਦੇ ਆਧਾਰ 'ਤੇ ਆਪਦੇ ਵਿਚਾਰ ਦੱਸੋ। ਇੱਦਾਂ ਦੇ ਕੁਐਸਚਨ ਆਉਣਗੇ ਬੱਚੇ, ਜਿਵੇਂ ਕਿ ਤੁਹਾਡੇ ਚੈਪਟਰ ਤੋਂ ਰਿਲੇਟਿਡ ਵੀ ਹੈ ਅਤੇ ਤੁਹਾਡੀਆਂ ਥਿੰਕਿੰਗ ਵੀ ਨੇ ਇਹਦੇ 'ਚ। ਮੈਂ ਅੱਗੇ ਰੀਡਿੰਗ ਕਰਦੇ ਜਾ ਰਹੀ। ਜਿਉਣੇ ਹਰੀ ਸਦਾ ਸੱਦਾ ਸਿੰਘ ਦੇ ਸਤਾਏ ਹੋਏ ਸਨ। ਰੋਜ਼ ਤੰਗ ਕਰਦਾ ਤੇ ਤੁਰਦਾ ਕੰਮ ਖਿਲਾਰ ਦਿੰਦਾ। ਰੱਬ ਹੀ ਬਣਿਆ ਹੋਇਆ ਸੀ। ਸੱਦਾ ਸਿੰਘ ਨੇ ਹੈਂਕੜ ਨਾਲ ਬੋਲ ਹੀ ਮੂੰਹੋਂ ਕੱਢਿਆ ਸੀ ਕਿ ਲੱਖ ਸਾਊਆਂ ਦਾ ਸਾਊ ਜਿਉਣਾ ਅੱਗ ਬਬੂਲਾ ਹੋ ਗਿਆ ਤੇ ਡਰ ਦੀ ਅੰਨੀ ਸ਼ਕਤੀ ਨਾਲ ਕਾਲਾ ਕਹਿਰ ਬਣ ਗਿਆ। ਉਸਨੇ ਕਈ ਚੁੱਕੀ ਤੇ ਬਿਜਲੀ ਵਰਗੀ ਤਾਕਤ ਨਾਲ ਸੱਦਾ ਸਿੰਘ ਦੇ ਸਿਰ ਦੇ ਵਿੱਚ ਮਾਰ ਦਿੱਤੀ। ਖੂਹ ਚੜਾਊ ਸਾਡਾ ਏ, ਬਲਦ ਖੋਲੋ ਬਲਦ। ਉਹ ਦੰਦ ਪਸੀਜ ਰਿਹਾ ਸੀ ਤੇ ਲੱਖਾਂ ਕਰੋੜਾਂ ਸੱਪਾਂ ਜਿੰਨੀ ਜ਼ਹਿਰ ਨਾਲ ਭਰ ਗਿਆ ਸੀ। ਹੁਣ ਉਹ ਇੱਕ ਚੰਡਾਲ ਸੀ। ਉਸ ਦੀਆਂ ਅੱਖਾਂ ਲਟ ਲਟਾ ਕੇ ਕਾਲੀ ਅੱਗ ਬਣ ਗਈਆਂ ਸਨ। ਕਈ ਵੱਜਣ ਸਾਰ ਹੀ ਸੱਦਾ ਸਿੰਘ ਘਮੇਟਣੀ ਖਾ ਕੇ ਧਰਤੀ ਉੱਤੇ ਡਿੱਗ ਪਿਆ। ਪਾਣੀ ਵੀ ਉਸ ਮੰਗਿਆ ਨਹੀਂ। ਘਮੇਟਣੀ ਗਲੇਟਨੀਆਂ ਖਾ ਕੇ, ਜਿਵੇਂ ਆਪਾਂ ਉਲਟੇ ਸਿੱਧੇ ਘੁੰਮਾ ਕੇ। ਉਸ ਦਾ ਸਿਰ ਖਰਬੂਜੇ ਵਾਂਗੂ ਟੋਟੇ ਹੋ ਗਿਆ ਸੀ। ਕਹੀ ਏਕਣ ਵੱਜੀ ਸੀ ਜਿਵੇਂ ਕਿ ਉਹ ਸਿਰ ਵਿੱਚ ਨਹੀਂ, ਮਿੱਟੀ ਦੇ ਭਾਂਡੇ ਦੇ ਵਿੱਚ ਵੱਜੀ ਹੋਵੇ। ਚਿੱਕੜ ਵਾਂਗੂ ਉਸ ਦਾ ਚਿਹਰਾ ਲੱਭ ਹੋ ਗਿਆ ਸੀ। ਲਹੂ ਦੀਆਂ ਤਤੀਰੀਆਂ ਉਸ ਦੀ ਚਿੱਟੀ ਕੱਚ ਤੱਕ ਪਹੁੰਚ ਗਈਆਂ ਸਨ। ਤਤੀਰੀਆਂ ਜਿਵੇਂ ਲਹੂ, ਜਦੋਂ ਖੂਨ ਨਿਕਲਦਾ ਹੈ ਤਾਂ ਉਹਦੀਆਂ ਲਾਈਨਾਂ ਜਿਹੀਆਂ ਲੱਗ ਜਾਂਦੀਆਂ, ਉਸ ਨੂੰ ਤਤੀਰੀਆਂ ਕਿਹਾ ਗਿਆ ਹੈ। ਇੱਕ ਪਲ ਲਈ ਜਿਉਣੇ ਨੂੰ ਅੰਤਾਂ ਦੀ ਤਸੱਲੀ ਹੋਈ। ਇੱਕ ਵਾਰ ਤਾਂ ਉਸਨੂੰ ਇੱਦਾਂ ਲੱਗਿਆ ਕਿ ਮੈਂ ਜੋ ਕੀਤਾ ਚੰਗਾ ਕੀਤਾ। ਉਸ ਦਾ ਮਨ ਖੁਸ਼ ਸੀ, ਪਰ ਅਗਲੇ ਹੀ ਪਲ ਇਹ ਤਸੱਲੀ ਛਾਈ ਮਾਈ ਹੋਣ ਲੱਗੀ। ਬੱਚੇ, ਜਦੋਂ ਅਸੀਂ ਕੋਈ ਗਲਤ ਕੰਮ ਕਰ ਬੈਠਦੇ ਹਾਂ, ਇੱਕ ਵਾਰ ਅਸੀਂ ਆਪਦੇ ਦਿਲ ਨੂੰ ਤਸੱਲੀ ਦੇਣ ਵਾਸਤੇ ਆਖਦੇ ਹਾਂ ਕਿ ਬਹੁਤ ਚੰਗਾ ਹੋਇਆ, ਮੈਂ ਚੰਗਾ ਕਰਤਾ ਉਹਦੇ ਨਾਲ। ਲੇਕਿਨ ਜਦੋਂ ਸਾਨੂੰ ਬਾਅਦ 'ਚ ਥੋੜ੍ਹਾ ਮਹਿਸੂਸ ਹੁੰਦਾ ਹੈ
ਹੌਲੀ ਹੌਲੀ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਅਸੀਂ ਚੰਗਾ ਨਹੀਂ, ਬਹੁਤ ਮਾੜਾ ਕੀਤਾ ਹੈ। ਐਸੇ ਤਰ੍ਹਾਂ ਹੀ ਉਸ ਨੂੰ ਆਸ ਹੀ ਨਹੀਂ ਸੀ ਕਿ ਉਸ ਤੋਂ ਇਹ ਹੋ ਜਾਵੇਗਾ। ਉਸਨੇ ਕਈ ਸੱਦਾ ਸਿੰਘ ਨੂੰ ਮਾਰਨ ਲਈ ਨਹੀਂ ਮਾਰੀ ਸੀ, ਸਹਿਜ ਸੁਭਾਅ ਹੀ ਮਾਰੀ ਸੀ। ਯਾਨੀ ਕਿ ਉਸ ਦਾ ਅਰਥ ਇਹ ਨਹੀਂ ਸੀ ਕਿ ਇਹ ਜਾਨੋਂ ਹੀ ਮਰ ਜਾਊਗਾ। ਉਸਨੇ ਤਾਂ ਉਂਝ ਹੀ ਮਾਰ ਦਿੱਤੀ ਕਈ ਕਿ ਚਲੋ ਥੋੜ੍ਹੀ ਬਹੁਤ ਲੱਗ ਜਾਊਗੀ, ਪਰ ਉਹ ਏਕਨ ਵੱਜੀ ਕਿ ਸੱਦਾ ਸਿੰਘ ਤਾਂ ਮਰ ਗਿਆ ਤੇ ਧਰਤੀ ਦੇ ਉੱਤੇ ਹੀ ਡਿੱਗ ਪਿਆ। ਹੁਣ ਉਹ ਮਰਿਆ ਪਿਆ ਸੀ ਤੇ ਉਸ ਦੇ ਹੱਥੋਂ ਕਤਲ ਹੋਇਆ ਸੀ। ਜਿਉਣਾ ਇੱਕ ਸਿੱਧਾ ਸਾਦਾ ਤੇ ਸਧਾਰਨ ਜੱਟ ਸੀ। ਹੇਰ ਫੇਰ ਜਾਂ ਲੱਗ ਲਗਾਓ ਉਸ ਨੂੰ ਨਹੀਂ ਆਉਂਦੇ ਸਨ। ਮੀਂਹ ਦੀ ਸੁੱਚੀ ਕਣੀ ਵਾਂਗ ਜਿਹੜੀ ਅਜੇ ਅੰਬਰ ਦੇ ਵਿਚਕਾਰ ਹੀ ਖੜੀ ਹੁੰਦੀ ਹੈ, ਉਸ ਦਾ ਦਿਲ ਪਵਿੱਤਰ ਸੀ। ਕਹਿਣ ਦਾ ਮਤਲਬ ਕਿ ਜਿਉਣਾ ਇੱਕ ਸਧਾਰਨ ਆਦਮੀ ਸੀ, ਉਹਨੂੰ ਹੇਰ ਫੇਰ ਨਹੀਂ ਆਉਂਦਾ ਸੀ। ਮੀਂਹ ਦੀ ਕਣੀ ਸੁੱਚੀ ਹੁੰਦੀ ਹੈ, ਜਿਹੜਾ ਬਾਰਿਸ਼ ਦਾ ਪਾਣੀ ਆਉਂਦਾ ਹੈ ਉਹ ਕਿਸੇ ਨਾਲ ਮੇਲ ਮਿਲਾ ਕੇ ਨਹੀਂ ਆਉਂਦਾ, ਉਹ ਸਿੱਧਾ ਉੱਪਰੋਂ ਨੀਚੇ ਧਰਤੀ 'ਤੇ ਡਿੱਗਦਾ ਹੈ। ਐਸੇ ਵਾਸਤੇ ਉਹਨੂੰ ਸੁੱਚੀ ਕਣੀ ਕਿਹਾ ਗਿਆ ਹੈ। ਜਿਹੜੀ ਅਜੇ ਅੰਬਰ ਦੇ ਵਿਚਕਾਰ ਦੀ ਖੜੀ ਹੁੰਦੀ ਹੈ, ਉਸ ਦਾ ਦਿਲ ਪਵਿੱਤਰ ਸੀ। ਉਸ ਨੂੰ ਇਹ ਪਤਾ ਸੀ ਕਿ ਅੰਨ ਪੈਦਾ ਕਰਨ ਲਈ ਹਲ ਕਿਵੇਂ ਵਾਹੁਣਾ ਹੈ ਜਾਂ ਗੋਡੀ ਕਿਵੇਂ ਕਰਨੀ ਹੈ। ਫਸਲ ਉੱਗੀ ਦੇਖ ਕੇ ਉਹ ਖੁਸ਼ ਹੋਣ ਵਾਲਾ ਤੇ ਝੱਖੜ ਝਾਂਜਾ ਦੇਖ ਕੇ ਉਹ ਦੁਖੀ ਹੋਣ ਵਾਲਾ ਸੀ। ਕਹਿਣ ਦਾ ਮਤਲਬ ਉਹਨੂੰ ਹੋਰ ਦੁਨੀਆਦਾਰੀ ਦਾ ਨਹੀਂ ਪਤਾ ਸੀ। ਜੇ ਉਸ ਦੀ ਫਸਲ ਚੰਗੀ ਹੁੰਦੀ ਸੀ ਤਾਂ ਉਹ ਖੁਸ਼ ਹੁੰਦਾ ਸੀ, ਜੇ ਝੱਖੜ ਆ ਜਾਂਦਾ, ਹਨੇਰ ਆ ਜਾਂਦਾ, ਉਹਦੀ ਫਸਲ ਖਰਾਬ ਹੋ ਜਾਂਦੀ ਤਾਂ ਉਹ ਦੁਖੀ ਹੋ ਜਾਂਦਾ। ਜੇ ਕੋਈ ਦੁੱਖ ਜਾਂ ਸੁੱਖ ਹੁੰਦਾ ਤਾਂ ਵਾਹਿਗੁਰੂ ਨੂੰ ਯਾਦ ਕਰਦਾ। ਹੋਰ ਉਸ ਦੀ ਜ਼ਿੰਦਗੀ ਦੇ ਵਿੱਚ ਇਸ ਤੋਂ ਇਲਾਵਾ ਕੁਝ ਨਹੀਂ ਸੀ। ਝਗੜੇ ਤੇ ਲੜਾਈ ਫਸਾਦ ਉਸ ਨੂੰ ਬੁਰੇ ਲੱਗਦੇ ਸਨ। ਜਿੱਥੋਂ ਤੱਕ ਹੁੰਦਾ ਉਹ ਇਹਨਾਂ ਗੱਲਾਂ ਤੋਂ ਦੂਰ ਰਹਿੰਦਾ, ਕਿਉਂਕਿ ਉਸ ਨੂੰ ਪਤਾ ਸੀ ਕਿ ਝਗੜਾ ਬੁਰਾ ਹੁੰਦਾ ਹੈ, ਲੜਾਈ ਦਾ ਮੂੰਹ ਕਾਲਾ ਹੈ। ਜਿੱਥੇ ਲੜਾਈ ਹੁੰਦੀ ਹੈ ਘੜੇ ਪਾਣੀ ਨਹੀਂ ਰਹਿੰਦਾ। ਅਸੀਂ ਕਹਿੰਦੇ ਹਾਂ ਨਾ ਕਿ ਘਰਾਂ ਦੇ ਵਿੱਚ ਲੜਾਈ ਨਹੀਂ ਹੋਣੀ ਚਾਹੀਦੀ। ਜਿੱਥੇ ਲੜਾਈ ਹੋਵੇਗੀ ਉੱਥੇ ਘੜਿਆਂ ਵਿੱਚ ਪਾਣੀ ਨਹੀਂ ਰਹਿੰਦਾ। ਕਹਿਣ ਦਾ ਅਰਥ ਹੈ ਕਿ ਆਪਸ ਵਿੱਚ ਵੀ ਫੁੱਟ ਪੈ ਜਾਂਦੀ ਹੈ। ਜਿੱਥੇ ਜਿਉਣਾ ਲੜਾਈ ਤੋਂ ਜਾਂ ਹੋਰ ਗੱਲਾਂ ਤੋਂ ਡਰਦਾ ਸੀ, ਉੱਥੇ ਉਸ ਨੂੰ ਪੁਲਿਸ ਤੋਂ ਵੀ ਬੜਾ ਡਰ ਲੱਗਦਾ ਸੀ। ਉਸਨੇ ਸੁਣਿਆ ਹੋਇਆ ਸੀ ਕਿ ਪੁਲਿਸ ਬਹੁਤ ਬੁਰੀ ਹੁੰਦੀ ਹੈ। ਸੱਚੇ ਅਤੇ ਝੂਠੇ ਨੂੰ ਵੀ ਪੁਲਿਸ ਨਹੀਂ ਦੇਖਦੀ। ਪੁਲਿਸ ਲਈ ਸੱਚਾ ਅਤੇ ਝੂਠਾ ਇੱਕ ਬਰਾਬਰ ਹੈ। ਕਿਉਂਕਿ ਉਹ ਤਾਂ ਪ੍ਰੂਫ ਮੰਗਦੀ ਹੈ। ਉਸ ਨੂੰ ਪਤਾ ਨਹੀਂ ਕਿ ਕੌਣ ਸੱਚਾ ਹੈ, ਕੌਣ ਝੂਠਾ ਹੈ। ਚਾਹੇ ਉਹ ਝੂਠੇ ਦੇ ਖਿਲਾਫ ਪ੍ਰੂਫ ਹੈ, ਚਾਹੇ ਉਹ ਸੱਚੇ ਦੇ ਖਿਲਾਫ ਹੈ, ਤਾਂ ਪੁਲਿਸ ਨੇ ਤਾਂ ਮਾਰਨਾ ਹੀ ਮਾਰਨਾ ਹੈ। ਫਿਰ ਉਸ ਨੂੰ ਪਤਾ ਸੀ ਕਿ ਪੁਲਿਸ ਜਦੋਂ ਕੁੱਟਦੀ ਹੈ ਤਾਂ ਮੱਕੂ ਬੰਨ੍ਹ ਦਿੰਦੀ ਹੈ। ਕਹਿਣ ਦਾ ਮਤਲਬ ਬਹੁਤ ਬੁਰੀ ਤਰ੍ਹਾਂ ਕੁੱਟਦੀ ਹੈ। ਮਾਰ ਕੇ ਆਦਮੀ ਦੇ ਹੱਡ ਗੋਡੇ ਭੰਨ ਦਿੰਦੇ ਹੈ। ਫੂਸ ਉਡਾਏ ਜਾਂਦੇ ਹਨ ਉਸਦੇ। ਮੰਜੇ ਹੇਠਾਂ ਹੱਥ ਦੇ ਕੇ ਉੱਤੇ ਬੰਦੇ ਬੈਠਦੇ ਤੇ ਉਸ ਨੂੰ ਦੁੱਖ ਦਿੰਦੇ ਹਨ। ਕਦੇ ਮੰਜਾ ਲਾਉਂਦੇ ਤੇ ਕਦੇ ਉਸ ਦੇ ਕੇਸ ਬੰਨ੍ਹ ਕੇ ਛੱਤ ਨਾਲ ਟੰਗ ਦਿੰਦੇ ਹਨ। ਕਹਿਣ ਦਾ ਭਾਵ ਇਸ ਤਰ੍ਹਾਂ ਦੀਆਂ ਪਨਿਸ਼ਮੈਂਟ ਦਿੱਤੀਆਂ ਜਾਂਦੀਆਂ ਹਨ ਪੁਲਿਸ ਦੁਆਰਾ। ਪੈਰਾਂ ਦੀਆਂ ਤਲੀਆਂ ਵਿੱਚ ਬੈਂਤ ਮਾਰੇ ਜਾਂਦੇ ਹਨ ਤੇ ਨੋਹਾਂ ਵਿੱਚ ਸੂਈਆਂ ਜਾਂ ਪਿੰਨ ਚੋਬੇ ਜਾਂਦੇ ਹਨ। ਬੱਕਰਾ ਵੀ ਕਸਾਈ ਕੋਲ ਇੰਨਾ ਦੁਖੀ ਨਹੀਂ ਹੁੰਦਾ ਜਿੰਨਾ ਬੰਦਾ ਪੁਲਿਸ ਕੋਲੋਂ ਦੁਖੀ ਹੋ ਜਾਂਦਾ ਹੈ। ਖੂਹ ਤੋਂ ਥੋੜ੍ਹੀ ਦੂਰ ਹੀ ਇੱਕ ਕਣਕ ਦਾ ਖਲਵਾੜਾ ਸੀ। ਜਿਉਣਾ ਉੱਥੇ ਦੌੜਿਆ ਤੇ ਕਣਕ ਦੇ ਖਲਵਾੜੇ ਵਿੱਚ ਭਾਰਾ ਓਲੇ ਲੁਕ ਗਿਆ। ਇੱਥੇ ਉਹ ਮਹਿਫੂਜ਼ ਸੀ, ਕੋਈ ਨਹੀਂ ਸੀ ਦੇਖਦਾ। ਹੁਣ ਜਦੋਂ ਉਸਦੇ ਹੱਥੋਂ ਕਤਲ ਹੋ ਗਿਆ ਤਾਂ ਉਹ ਅੰਦਰੋਂ ਅੰਦਰ ਬਹੁਤ ਡਰ ਗਿਆ ਸੀ। ਤਾਂ ਉਸਨੇ ਕੀ ਕੀਤਾ, ਉਹ ਦੂਰ ਭੱਜ ਕੇ ਗਿਆ। ਕਣਕ ਦਾ ਖਲਵਾੜਾ ਮਤਲਬ ਕਣਕ ਦੀ ਇੱਕ ਢੇਰੀ ਟਾਈਪ ਲੱਗਿਆ ਸੀ, ਜਿਹਦੇ ਪਿੱਛੇ ਜਾ ਕੇ ਉਹ ਛੁਪ ਗਿਆ ਤੇ ਆਪਦੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਲੱਗਾ, ਮਹਿਫੂਜ਼ ਮਹਿਸੂਸ ਕਰਨ ਲੱਗਾ। ਪਰ ਜਿਉਣਾ ਅਗਲੇ ਪਲ ਹੀ ਥਲ ਪਥਲ ਹੋ ਗਿਆ। ਉਸ ਨੂੰ ਚੈਨ ਨਹੀਂ ਸੀ। ਉਸ ਨੂੰ ਆਪਣੇ ਚਾਰ ਚੁਫੇਰੇ ਪੁਲਿਸ ਹੀ ਪੁਲਿਸ ਦਿਸਣ ਲੱਗੀ। ਪੁਲਿਸ ਜਦੋਂ ਆਉਂਦੀ ਤਾਂ ਪੱਤਾ ਪੱਤਾ ਛਾਣਦੀ ਤੇ ਖੁੰਝਾ ਖੁੰਝਾ ਟੋਂਦੀ। ਬੰਦਾ ਭਾਵੇਂ ਕਿਤੇ ਹੋਵੇ, ਪੁਲਿਸ ਲੱਭ ਹੀ ਲੈਂਦੀ ਹੈ। ਜਿਉਣਾ ਉੱਥੇ ਉੱਠਿਆ ਤੇ ਫਿਰ ਬਾਹਰ ਆ ਗਿਆ। ਖਲਵਾੜੇ ਵਿੱਚ ਲੁਕਿਆ ਉਹ ਸਭ ਨੂੰ ਨਜ਼ਰ ਆਉਂਦਾ ਸੀ। ਉੱਥੋਂ ਥੋੜ੍ਹੀ ਦੂਰ ਹੀ ਸ਼ਹੀਦਾਂ ਵਾਲਾ ਖੂਹ ਸੀ। ਜਿਉਣਾ ਉੱਥੋਂ ਤੁਰਿਆ ਤੇ ਵੱਢਾਂ ਵਿੱਚ ਦੌੜਦਾ ਸ਼ਹੀਦਾਂ ਵਾਲੇ ਆ ਗਿਆ। ਕਹਿਣ ਦਾ ਮਤਲਬ ਹੈ, ਕਹਿਣ ਦਾ ਇੱਥੇ ਇਹ ਭਾਵ ਹੈ ਕਿ ਜਦੋਂ ਬੰਦੇ ਤੋਂ ਗਲਤ ਕੰਮ ਹੋ ਜਾਂਦਾ ਹੈ ਤਾਂ ਉਸ ਨੂੰ ਐਂ ਲੱਗਦਾ ਹੈ ਕਿ ਮੈਨੂੰ ਸਾਰੇ ਦੇਖ ਰਹੇ ਹਨ। ਜੇ ਉਹ ਛੁਪ ਵੀ ਰਿਹਾ ਹੋਵੇ ਤਾਂ ਉਹਨੂੰ ਡਰ ਨਾਲ ਇੱਦਾਂ ਲੱਗਦਾ ਹੈ ਕਿ ਨਹੀਂ, ਮੈਂ ਪਕੜਿਆ ਜਾਵਾਂਗਾ। ਇਸ ਚੱਕਰ ਵਿੱਚ ਉਹ ਖਲਵਾੜੇ ਤੋਂ ਵੀ ਭੱਜ ਕੇ ਆ ਗਿਆ। ਉੱਥੇ ਨਹੀਂ ਲੁਕਿਆ। ਥੋੜ੍ਹੀ ਦੂਰ ਜਾ ਕੇ ਉਹ ਸ਼ਹੀਦਾਂ ਵਾਲਾ ਖੂਹ ਸੀ,
ਉੱਥੇ ਉਹ ਤੁਰਿਆ ਗਿਆ, ਵੱਡਾਂ ਵਿੱਚ ਦੌੜਦਾ ਗਿਆ, ਜਿਹੜੀਆਂ ਖੇਤਾਂ ਦੇ ਨਾਲ ਹੁੰਦੀਆਂ ਹਨ। ਉਹਦੇ ਨਾਲ ਤੁਰਦਾ ਉਹ ਸ਼ਹੀਦਾਂ ਵਾਲੇ ਖੂਹ ਉੱਤੇ ਇੱਕ ਹੋਦੀ ਬਣੀ ਹੋਈ ਸੀ। ਹੋਦੀ ਕੀ ਹੁੰਦੀ ਹੈ? ਜਿਹਦੇ ਵਿੱਚ ਪਾਣੀ ਭਰ ਕੇ ਰੱਖਿਆ ਜਾਂਦਾ ਹੈ ਕਿ ਨਾ ਪਾਣੀ ਹੋਵੇ ਤਾਂ ਉਹ ਫਿਰ ਯੂਜ਼ ਕਰ ਲਿਆ ਜਾਂਦਾ ਹੈ। ਹੋਦੀ ਕਾਫੀ ਡੂੰਘੀ ਸੀ, ਆਮ ਕਰਕੇ ਹੋਦੀ ਵਿੱਚ ਪਾਣੀ ਜਮ੍ਹਾਂ ਹੀ ਰਹਿੰਦਾ ਸੀਗਾ, ਪਰ ਅੱਜ ਉਹ ਖਾਲੀ ਸੀ। ਥੋੜ੍ਹਾ ਬਹੁਤ ਚਿੱਕੜ ਜਾਂ ਇੱਟਾਂ ਵੱਟੇ ਹੋਣਗੇ। ਜਿਉਣਾ ਇੰਨਾ ਘਾਬਰਿਆ ਤੇ ਇੰਨਾ ਡਰਿਆ ਹੋਇਆ ਸੀਗਾ, ਉਹ ਆਪਣੇ ਆਪ ਨੂੰ ਲੁਕਾਉਣ ਲਈ ਉਸ ਹੋਦੀ ਦੇ ਵਿੱਚ ਬਹਿ ਗਿਆ ਤੇ ਆਪਣੇ ਆਪ ਨੂੰ ਹੋਦੀ ਵਿੱਚ ਹੀ ਉਸਨੇ ਪੂਰੀ ਤਰ੍ਹਾਂ ਮਹਿਫੂਜ਼ ਸਮਝਣ ਲਈ ਲੱਗ ਪਿਆ। ਹਾਲਾਂਕਿ ਇਹ ਗਲਤ ਸੀ। ਹੋਦੀ ਵਿੱਚ ਬੈਠਾ ਬੰਦਾ ਸਾਫ਼ ਨਜ਼ਰ ਆਉਂਦਾ ਸੀ। ਇਹ ਆਦਮੀ ਦੇ ਨਹਾਉਣ ਲਈ ਬਣੀ ਹੋਈ ਸੀ, ਬਹੁਤ ਡੂੰਘੀ ਨਹੀਂ ਸੀ। ਪਰ ਜਿਉਣਾ ਹੋਦੀ ਵਿੱਚ ਵੀ ਥਲ ਪਥਲ ਹੋਣ ਲੱਗ ਗਿਆ, ਕਿਉਂਕਿ ਉਸ ਤੋਂ ਗਲਤ ਕੰਮ ਹੋਇਆ ਸੀ। ਉਹ ਡਰ ਰਿਹਾ ਸੀ। ਉਹਨੂੰ ਹੋਦੀ ਵਿੱਚ ਵੀ ਇੱਦਾਂ ਲੱਗ ਰਿਹਾ ਸੀ ਕਿ ਮੈਨੂੰ ਕੋਈ ਦੇਖ ਰਿਹਾ ਹੈ। ਇਹ ਵੀ ਠੀਕ ਨਹੀਂ ਸੀ ਉਸ ਦੇ ਲਈ। ਇੱਥੇ ਹੀ ਉਹ ਲੁਕਿਆ ਹੋਇਆ ਜਾਂ ਮਹਿਫੂਜ਼ ਨਹੀਂ ਸੀ, ਸਭ ਨੂੰ ਨਜ਼ਰ ਆਉਂਦਾ ਸੀ। ਖੂਹ ਦੇ ਬਿਰਛ ਬੂਟੇ ਉਸਨੂੰ ਰਹਿ ਕੇ ਘੂਰ ਰਹੇ ਸਨ। ਜਦੋਂ ਬੰਦੇ ਤੋਂ ਗਲਤ ਕੰਮ ਹੁੰਦਾ ਹੈ ਤਾਂ ਹਰ ਚੀਜ਼ ਉਸਨੂੰ ਇੱਦਾਂ ਲੱਗਦੀ ਹੈ ਕਿ ਮੈਨੂੰ ਘੂਰ ਰਹੀ ਹੈ। ਉਹਨੂੰ ਇੱਦਾਂ ਲੱਗਦਾ ਹੈ ਕਿ ਮੈਨੂੰ ਹੀ ਬਲੇਮ ਕਰ ਰਹੀ ਹੈ ਕਿ ਮੇਰੇ ਤੋਂ ਹੀ ਕੋਈ ਗਲਤ ਕੰਮ ਹੋਇਆ ਹੈ। ਉਸ ਨੂੰ ਘਿਰਨਾ ਕਰਦੇ ਸਨ। ਖੂਹ ਵੀ ਭਾਵੇਂ ਚੁੱਪ ਸੀ, ਪਰ ਸਾਰੀ ਗੱਲ ਤੋਂ ਵਾਕਿਫ ਸੀ। ਟਿੰਡਾਂ ਵੀ ਤੇ ਪਾੜਛਾ ਵੀ ਸਾਰੀ ਗੱਲ ਤੋਂ ਜਾਣੂ ਸਨ। ਚੁੱਪ-ਚੁਪੀਤੀ ਸੁੰਨੀ ਰਾਤ ਵੀ ਸਾਰੀ ਗੱਲ ਦੀ ਭੇਦਨ ਸੀ। ਅੰਬਰ ਉੱਤੇ ਤਾਰੇ ਵੀ ਜੋ ਟਸ ਕਰ ਰਹੇ ਸਨ, ਸਾਰਾ ਕੁਝ ਹੀ ਜਾਣਦੇ ਤੇ ਸਗੋਂ ਮੁਸਕਰਾਉਂਦੇ ਸਨ। ਚੰਨ ਨੂੰ ਸਾਰਾ ਪਤਾ ਸੀ। ਉਹਨਾਂ ਨੂੰ ਇੱਦਾਂ ਲੱਗ ਰਿਹਾ ਸੀ ਕਿ ਸਭ ਕੁਝ ਹੀ ਗਲਤ ਹੈ, ਸਭ ਕੁਝ ਹੀ ਗਲਤ ਹੈ। ਆਖਰ ਜਿਉਣਾ ਚੁੱਗੀ ਵਿੱਚ ਵੀ ਸ਼ਾਂਤ ਹੋ ਕੇ ਬਹਿ ਨਾ ਸਕਿਆ। ਝਾਟੀ ਬਾਹਰ ਆ ਗਿਆ। ਹੁਣ ਜਿਉਣਾ ਕਿੱਥੇ ਜਾਵੇ, ਉਸ ਨੂੰ ਪਤਾ ਹੀ ਨਹੀਂ ਸੀ। ਜਿੰਨਾ ਚਿਰ ਰਾਤ ਸੀ, ਜਿਉਣਾ ਸਮਝ ਰਿਹਾ ਸੀ ਹਰ ਕੋਈ ਉਸ ਨੂੰ ਦੇਖਣਾ ਤੇ ਉਸ ਦਾ ਪਿੱਛਾ ਕਰਦਾ ਹੈ। ਜਦੋਂ ਸਵੇਰ ਹੋਈ ਤਾਂ ਪੱਬਾਂ ਭਾਰ ਦਾ ਮਤਲਬ ਹੁੰਦਾ ਹੈ ਏੜੀਆਂ ਥੱਲੇ ਨਾ ਲਾਣੀਆਂ, ਅੱਗੋਂ ਪੰਜਾ ਲਾ ਕੇ ਰੱਖਣਾ। ਉੱਚਾ ਹੋ ਕੇ ਸੂਰਜ ਉਸ ਵੱਲ ਦੇਖਣ ਲੱਗਾ। ਜਿਉਣਾ ਸੋਚਣ ਲੱਗਾ ਕਿ ਹੁਣ ਉਹ ਲੁਕਿਆ ਹੋਇਆ ਹੈ, ਦੁਨੀਆ ਵਿੱਚ ਕੋਈ ਵੀ ਹੁਣ ਉਸ ਨੂੰ ਨਹੀਂ ਦੇਖਦਾ। ਜਿਉਣਾ ਘਰ ਆਇਆ ਤੇ ਆ ਕੇ ਇੰਜ ਬਹਿ ਗਿਆ ਜਿਵੇਂ ਫਸਲ ਸਿੰਜ ਕੇ ਜਾਂ ਗੋਡੀ ਕਰਕੇ ਆਇਆ ਹੋਵੇ। ਹੁਣ ਉਹ ਬਿਲਕੁਲ ਠੀਕ ਸੀ। ਉਸ ਦੇ ਅੰਦਰ ਪੂਰੀ ਚੈਨ ਨਜ਼ਰ ਆ ਰਹੀ ਸੀ, ਪਰ ਇਹ ਚੈਨ ਅਸਲ ਵਿੱਚ ਬੇਚੈਨੀਆਂ ਦੀ ਸ਼ਿਖਰ ਸੀ। ਉਸ ਦੇ ਮਨ ਦੀਆਂ ਤਹਿਆਂ ਵਿੱਚ ਤੂਫਾਨ ਆਇਆ ਹੋਇਆ ਸੀ। ਸਿਰਫ ਸਤਹ ਚੁੱਪ ਸੀ। ਕਹਿਣ ਦਾ ਮਤਲਬ ਉਹ ਦੇਖਣ ਨੂੰ ਇਹ ਲੱਗ ਰਿਹਾ ਸੀ ਕਿ ਉਸ ਨੂੰ ਚੈਨ ਆ ਗਿਆ ਹੈ, ਪਰ ਉਸ ਦਾ ਮਨ ਅਜੇ ਵੀ ਬੇਚੈਨ ਸੀ। ਉਸ ਦੇ ਦਿਲੋਂ ਦਿਮਾਗ ਦੇ ਵਿੱਚ ਤੂਫਾਨ ਚੱਲ ਰਿਹਾ ਸੀ। ਉਸ ਨੇ ਪੱਗ ਉਤਾਰੀ ਤੇ ਕੰਘਾ ਕਰਨਾ ਸ਼ੁਰੂ ਕੀਤਾ। ਫਿਰ ਪੱਗ ਉਤਾਰੀ ਤੇ ਫਿਰ ਕੇਸ ਵਾਹੁਣ ਲੱਗਾ। ਵਾਰ-ਵਾਰ ਜਿਉਣਾ ਪੱਗ ਉਤਾਰਦਾ ਤੇ ਕੇਸ ਵਾਹੁੰਦਾ। ਉਸ ਦੇ ਮਨ ਵਿੱਚ ਅਚਵੀਂ ਜੀ ਅੱਗ ਲੱਗੀ ਹੋਈ ਸੀ। ਕਹਿਣ ਦਾ ਭਾਵ ਉਸ ਨੂੰ ਚੈਨ ਨਹੀਂ ਸੀ ਆ ਰਿਹਾ। ਲਾਟਾਂ ਭੜਕ ਰਹੀਆਂ ਸਨ ਉਸ ਦੇ ਅੰਦਰ। ਕਿੰਨੀ ਵਾਰ ਜਿਉਣੇ ਨੇ ਮੁੜ ਆਪਣੇ ਕੇਸ ਵਾਏ, ਉਸ ਨੂੰ ਚੈਨ ਨਹੀਂ ਸੀ। ਪਾਰੇ ਵਾਂਗੂ ਉਸ ਦਾ ਮਨ ਅਸ਼ਾਂਤ ਜਾਂ ਵਿਆਕੁਲ ਸੀ। ਜਿਉਣਾ ਰੋਟੀ ਖਾਣ ਲੱਗਾ, ਪੈਰਾਂ ਭਾਰ ਬੈਠਾ। ਉਹ ਇਸ ਤਰ੍ਹਾਂ ਰੋਟੀ ਖਾਂਦਾ ਸੀ ਜਿਵੇਂ ਹੁਣ ਉਹ ਇੱਥੇ ਨਹੀਂ, ਹੋਰ ਵੀ ਦੁਨੀਆ ਵਿੱਚ ਹੀ ਹੈ। ਬਟਰ ਤੱਕਦਾ ਉਹ ਆਪਣੇ ਮੂੰਹ ਵਿੱਚ ਅਲਪਟਲ ਬੁਰਕੀਆਂ ਪਾ ਰਿਹਾ ਸੀ। ਉਸ ਦੀਆਂ ਅੱਖਾਂ ਆਂਡਿਆਂ ਵਾਂਗੂ ਗਲੀ ਵੱਲ ਲਿਸ਼ਕ ਰਹੀਆਂ ਸਨ। ਕਹਿਣ ਦਾ ਭਾਵ ਰੋਟੀ ਖਾਂਦੇ ਹੋਏ ਵੀ ਉਸ ਦਾ ਦਿਮਾਗ ਉਸ ਪਾਸੇ ਹੀ ਚੱਲ ਰਿਹਾ ਸੀ ਕਿ ਮੇਰੇ ਤੋਂ ਗਲਤ ਹੋਇਆ ਹੈ। ਜਿਉਣੇ ਅੰਦਰ ਸੱਚ ਤੇ ਝੂਠ ਘੋਰ ਯੁੱਧ ਕਰ ਰਹੇ ਸਨ। ਸੱਚ ਉਸ ਨੂੰ ਆਪਣੇ ਵੱਲ ਤੇ ਝੂਠ ਆਪਣੇ ਵੱਲ ਖਿੱਚਦਾ ਸੀ। ਜਿਉਣਾ ਮੁਸ਼ਕਲ ਵਿੱਚ ਸੀਗਾ, ਸਗੋਂ ਉਸ ਨੇ ਸੱਚ ਤੋਂ ਆਪਣਾ ਮੂੰਹ ਫੇਰਿਆ ਹੋਇਆ ਸੀ। ਸੱਚ ਬੇਸ਼ੱਕ ਚੰਗਾ ਤੇ ਓੜਕ ਜਿੱਤਣ ਵਾਲਾ ਸੀ, ਪਰ ਉਸ ਨੂੰ ਝੂਠ ਚੰਗਾ ਤੇ ਲਾਹੇਵੰਦ ਦਿਸਦਾ ਸੀ। ਕਿੰਨੇ ਲੋਕੀ ਝੂਠ ਬੋਲ ਕੇ ਸਾਫ਼ ਬਰੀ ਹੋ ਜਾਂਦੇ ਹਨ, ਸੱਚੇ ਮਾਰੇ ਜਾਂਦੇ ਹਨ ਤੇ ਝੂਠੇ ਛੱਡੇ ਜਾਂਦੇ ਹਨ। ਉਸ ਨੂੰ ਸਾਫ਼ ਪਤਾ ਸੀ ਕਿ ਉਸਨੇ ਕਤਲ ਕੀਤਾ ਹੈ। ਉਸ ਦਾ ਦਿਲ ਕਹਿੰਦਾ ਸੀ ਕਿ ਉਸਨੇ ਕਤਲ ਕੀਤਾ ਹੈ, ਪਰ ਉਹ ਇਸ ਸੱਚਾਈ ਕੋਲੋਂ ਦੂਰ ਨੱਸਣਾ ਚਾਹੁੰਦਾ ਸੀ। ਉਹ ਝੂਠਾ ਹੁੰਦਾ ਹੋਇਆ ਵੀ ਉਹ ਸੱਚਾ ਹੋਣਾ ਚਾਹੁੰਦਾ ਸੀ। ਉਸ ਨੂੰ ਝੂਠ ਚੰਗਾ ਤੇ ਸੱਚ ਬੁਰਾ ਲੱਗਦਾ ਸੀ, ਕਿਉਂਕਿ ਉਸਨੇ ਇਹ ਖੁਦ ਆਪ ਕੀਤਾ ਸੀ ਇਹ ਗਲਤ ਕੰਮ।
ਤਾਂ ਉਸ ਨੂੰ ਲੱਗ ਰਿਹਾ ਸੀ ਕਿ ਮੈਂ ਜੋ ਕੁਝ ਵੀ ਕੀਤਾ ਹੈ ਮੈਂ ਚੰਗਾ ਕੀਤਾ ਹੈ। ਝੂਠ ਉਸ ਨੂੰ ਬੁਰਾ ਲੱਗ ਰਿਹਾ ਸੀ। ਝੂਠ ਉਸ ਨੂੰ ਚੰਗਾ ਲੱਗ ਰਿਹਾ ਸੀ ਤੇ ਸੱਚ ਉਸ ਨੂੰ ਬੁਰਾ ਲੱਗ ਰਿਹਾ ਸੀ। ਸੱਚ ਉਸ ਵੱਲ ਮੂੰਹ ਅੱਡ ਕੇ ਖਾਣ ਨੂੰ ਆ ਰਿਹਾ ਸੀ, ਝੂਠ ਸ਼ਰਨ ਦਿੰਦਾ ਸੀ। ਜਿਉਣਾ ਆਪਣੀ ਕਿਵੇਂ ਨਾ ਕਿਵੇਂ ਜਾਨ ਬਚਾਉਣੀ ਚਾਹੁੰਦਾ ਸੀ। ਪਰ ਦੁਖਾਂਤ ਇਹ ਸੀ, ਜਿਉਣਾ ਚੰਗਾ ਬੰਦਾ ਸੀ। ਝੂਠ ਨਾਲ ਉਹ ਬਹੁਤਾ ਚਿਰ ਗੁਜ਼ਾਰਾ ਨਹੀਂ ਸੀ ਕਰ ਸਕਦਾ। ਸੂਲੀ ਉੱਤੇ ਟੰਗਿਆ ਵੀ ਉਹ ਇੰਨਾ ਦੁੱਖ ਮਹਿਸੂਸ ਨਾ ਕਰਦਾ ਜਿੰਨਾ ਉਸ ਨੂੰ ਹੁਣ ਸੀ। ਕਹਿਣ ਦਾ ਭਾਵ, ਜੇ ਉਸਨੇ ਉਸ ਨੂੰ ਮਾਰ ਵੀ ਦਿੱਤਾ ਸੀ, ਜੇ ਉਹਦੇ ਬਦਲੇ ਉਸ ਨੂੰ ਸਜ਼ਾ ਮਿਲ ਜਾਂਦੀ ਤਾਂ ਉਸ ਦਾ ਮਨ ਥੋੜ੍ਹਾ ਜਿਹਾ ਸ਼ਾਂਤ ਹੁੰਦਾ। ਉਸ ਦਾ ਦਿਲ ਵੀ ਫੋੜੇ ਵਾਂਗੂ ਟਸ ਟਸ ਕਰ ਰਿਹਾ ਸੀ। ਆਖਰ ਫੋੜਾ ਫੁੱਟਿਆ ਤੇ ਉਸ ਨੂੰ ਕੁਝ ਆਰਾਮ ਆਇਆ। ਟੀਸੀ ਉੱਤੋਂ ਪਹੁੰਚ ਕੇ ਜਦ ਪੀੜਾਂ ਸਿਖਰਾਂ ਛੂਹਣ ਲੱਗੀਆਂ, ਜਿਉਣੇ ਦਾ ਮੂੰਹ ਭਵਿਆਂ ਤੇ ਸੱਚ ਦੇ ਪਾਸੇ ਹੋ ਗਿਆ। ਭਵਿਆਂ ਮਤਲਬ ਉੱਧਰ ਨੂੰ ਮੁੜ ਗਿਆ ਤੇ ਸੱਚ ਵਾਲੇ ਪਾਸੇ। ਜਿਉਣਾ ਬੁੜਬੜਾਉਣ ਲੱਗਿਆ, ਮੈਂ ਮਾਰਿਆ, ਮੈਂ ਮਾਰਿਆ, ਮੈਂ ਮੁਕਰਦਾ, ਮੈਂ ਮਾਰਿਆ। ਵਾਰ-ਵਾਰ ਆਪ ਮੁਹਾਰਾ ਇਹੋ ਆਖਦਾ ਜਾਂਦਾ ਸੀ। ਉਸ ਦੇ ਦਿਲ ਨੂੰ ਹਲਕੀ ਹਲਕੀ ਠੰਡ ਮਹਿਸੂਸ ਹੋ ਰਹੀ ਸੀ। ਆਖਿਰ ਪੁਲਿਸ ਆਈ, ਉਸ ਨੂੰ ਫੜ ਕੇ ਲੈ ਗਈ। ਹੱਥ ਘੜੀਆਂ ਵਿੱਚ ਵੱਜਾ ਜਦ ਪੁਲਿਸ ਅੱਗੇ ਤੁਰਦਾ ਜਿਉਣਾ ਥਾਣੇ ਵੱਲ ਜਾ ਰਿਹਾ ਸੀ, ਤਦ ਵੀ ਇਹੀ ਕਹਿ ਰਿਹਾ ਸੀ, ਮੈਂ ਮਾਰਿਆ, ਮੈਂ ਮਾਰਿਆ, ਮੁਕਰਦਾ ਨਹੀਂ, ਮੈਂ ਮਾਰਿਆ। ਉਸ ਦੀਆਂ ਅੱਖਾਂ ਹੌਲੀ ਹੌਲੀ ਚਮਕਦਾਰ ਹੋ ਰਹੀਆਂ ਸਨ। ਹਾਂਜੀ ਬੱਚੇ, ਇਹ ਅਸੀਂ ਪੂਰੀ ਕਹਾਣੀ ਪੜ੍ਹ ਲਈ ਹੈ। ਕਹਿਣ ਦਾ ਅਰਥ, ਉਹਨੂੰ ਉਦੋਂ ਤੱਕ ਚੈਨ ਨਹੀਂ ਆਇਆ ਜਿਉਣੇ ਨੂੰ ਜਦੋਂ ਤੱਕ ਉਸਨੇ ਸੱਚ ਪੁਲਿਸ ਦੇ ਸਾਹਮਣੇ ਨਹੀਂ ਬੋਲ ਦਿੱਤਾ। ਕਿਉਂਕਿ ਉਹ ਜਦੋਂ ਤੱਕ ਉਸਨੇ ਸੱਚ ਨਹੀਂ ਬੋਲਿਆ ਸੀ, ਉਹ ਡਰ ਰਿਹਾ ਸੀ, ਉਹ ਛੁਪ ਰਿਹਾ ਸੀ। ਉਸ ਦੇ ਅੰਦਰ ਤੂਫਾਨ ਹਨੇਰੀ ਚੱਲ ਰਹੀ ਸੀ। ਉਸ ਨੂੰ ਇੱਦਾਂ ਲੱਗ ਰਿਹਾ ਸੀ ਕਿ ਇਹ ਸਹੀ ਨਹੀਂ ਹੋਇਆ, ਇਹ ਜੋ ਕੁਝ ਵੀ ਹੋਇਆ ਗਲਤ ਹੋ ਰਿਹਾ। ਸੱਚ ਉਸ ਨੂੰ ਜਿਉਣ ਨਹੀਂ ਸੀ ਦੇ ਰਿਹਾ। ਉਸ ਦੇ ਮਨ 'ਚ ਇਹ ਸੀਗਾ ਕਿ ਜੋ ਕੁਝ ਹੋ ਰਿਹਾ ਹੈ ਮੈਂ ਉਸ ਨੂੰ ਸਵੀਕਾਰ ਕਰ ਲਾਂ, ਜੋ ਕੁਝ ਵੀ ਮੈਂ ਕੀਤਾ ਹੈ। ਤਾਂ ਹੀ ਉਹ ਇਸ ਗੱਲ 'ਤੇ ਅਟਕ ਗਿਆ ਕਿ ਮੈਂ ਮਾਰਿਆ ਹੈ, ਮੈਂ ਮਾਰਿਆ ਹੈ ਅਤੇ ਮੈਂ ਮਾਰਿਆ ਹੈ। ਇਸ ਕਰਕੇ ਉਸਨੇ ਆਪਦੇ ਮਨ ਨੂੰ ਮਨਾ ਲਿਆ ਅਤੇ ਪੁਲਿਸ ਨੂੰ ਆਪਦੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਆਖਿਰ ਪੁਲਿਸ ਆਈ ਅਤੇ ਉਸ ਨੂੰ ਫੜ ਕੇ ਲੈ ਗਈ। ਹੱਥ ਕੜੀਆਂ ਦੇ ਵਿੱਚ ਵੱਜਿਆ ਹੋਇਆ ਜਿਉਣਾ ਉਸ ਦੇ ਮਨ ਨੂੰ ਚੈਨ ਆ ਰਹੀ ਸੀ, ਲੇਕਿਨ ਫਿਰ ਵੀ ਉਹ ਬਾਰ-ਬਾਰ ਇਹੀ ਕਹਿ ਰਿਹਾ ਸੀ, ਮੈਂ ਮਾਰਿਆ, ਮੈਂ ਮਾਰਿਆ, ਮੈਂ ਮੁਕਰਦਾ ਨਹੀਂ, ਮੈਂ ਹੀ ਮਾਰਿਆ। ਲਾਸਟ ਲਾਈਨ ਦਾ ਅਰਥ ਇਹ ਹੈ ਕਿ ਉਸ ਦੀਆਂ ਅੱਖਾਂ ਹੌਲੀ ਹੌਲੀ ਚਮਕਦਾਰ ਹੋ ਰਹੀਆਂ ਸਨ। ਕਿਉਂਕਿ ਜਿਹੜਾ ਸੱਚ ਸੀ ਉਹ ਉਸ ਦੇ ਸਾਹਮਣੇ ਆ ਗਿਆ ਸੀਗਾ ਕਿ ਜੋ ਕੁਝ ਵੀ ਹੈ ਉਹ ਸਹੀ ਹੈ। ਮੇਰੇ ਤੋਂ ਜੋ ਵੀ ਹੋਇਆ ਹੈ ਸਹੀ ਹੋਇਆ ਹੈ। ਐਟਲੀਸਟ ਉਸਨੇ ਉਸ ਨੂੰ ਸਵੀਕਾਰ ਲਿਆ ਸੀ। ਹਾਂਜੀ ਬੱਚੇ, ਇਹ ਬਹੁਤ ਅੱਛੀ ਕਹਾਣੀ ਹੈ ਕਿ ਬੰਦੇ ਤੋਂ ਕਦੇ ਨਾ ਕਦੇ ਕੋਈ ਨਾ ਕੋਈ ਗਲਤ ਕੰਮ ਤਾਂ ਹੋ ਜਾਂਦਾ ਹੈ, ਪਰ ਉਸ ਨੂੰ ਸਵੀਕਾਰਨਾ ਇਹ ਸਭ ਤੋਂ ਵੱਡਾ ਕੰਮ ਹੈ। ਸਾਡੇ ਤੋਂ ਗਲਤ ਕੰਮ ਹੋ ਜਾਏ, ਅਸੀਂ ਝੂਠ ਦਾ ਸਹਾਰਾ ਲੈਂਦੇ ਹਾਂ, ਪਰ ਇੱਕ ਝੂਠ ਦੇ ਪਿੱਛੇ ਅਸੀਂ ਕਈ ਝੂਠ ਬੋਲਦੇ ਹਾਂ। ਜਦ ਕਿ ਸਾਨੂੰ ਝੂਠ ਨਹੀਂ ਬੋਲਣਾ ਚਾਹੀਦਾ, ਸੱਚ ਬੋਲ ਕੇ ਦੱਸਣਾ ਚਾਹੀਦਾ ਹੈ ਕਿ ਮੇਰੇ ਤੋਂ ਇਹ ਕੰਮ ਗਲਤ ਹੋਇਆ ਹੈ। ਕਿਉਂਕਿ ਸੱਚ ਤਾਂ ਇੱਕ ਹੈ ਅਤੇ ਝੂਠ ਕਈ ਹਨ, ਜਿਹਦੇ ਕਰਕੇ ਅਸੀਂ ਆਪਦੇ ਆਪ ਨੂੰ ਨਿਆਂ ਨਹੀਂ ਦੇ ਸਕਦੇ। ਜਦੋਂ ਅਸੀਂ ਸੱਚ ਬੋਲਾਂਗੇ ਉਦੋਂ ਸਾਨੂੰ ਇਹ ਲੱਗੇਗਾ, ਸਾਡਾ ਮਨ ਸ਼ਾਂਤ ਹੋ ਜਾਏਗਾ। ਸਾਨੂੰ ਇੱਦਾਂ ਲੱਗੇਗਾ ਕਿ ਅਸੀਂ ਬਹੁਤ ਆਪਦੇ ਮਨ ਨੂੰ ਹੌਲਾ ਕਰ ਲਿਆ ਹੈ, ਹਲਕਾ ਕਰ ਲਿਆ ਹੈ। ਇਸ ਵਾਸਤੇ ਇਹ ਕਹਾਣੀ ਪੜ੍ਹਦੇ ਹੋਏ ਮੇਰੇ ਦਿਮਾਗ ਵਿੱਚ ਇੱਕ ਗੱਲ ਇਹ ਆਈ ਹੈ ਕਿ ਮੇਰੇ ਬੱਚਿਆਂ ਨੂੰ ਵੀ, ਚਾਹੇ ਮੈਂ ਹਾਂ, ਸਾਨੂੰ ਕਦੇ ਲਾਈਫ ਦੇ ਵਿੱਚ, ਵੈਸੇ ਤਾਂ ਕਦੇ ਵੀ ਕਿਸੇ ਨੂੰ ਵੀ ਝੂਠ ਨਹੀਂ ਬੋਲਣਾ ਚਾਹੀਦਾ, ਪਰ ਹਰ ਕਿਸੇ ਦੀ ਆਪਣੀ ਲਾਈਫ ਹੈ, ਹਰ ਕਿਸੇ ਦਾ ਆਪਣਾ ਤਰੀਕਾ ਹੈ। ਪਰ ਮੈਂ ਇਸ ਚੀਜ਼ ਨੂੰ ਪਸੰਦ ਨਹੀਂ ਕਰਦੀ ਅਤੇ ਨਾ ਹੀ ਮੈਂ ਚਾਹੁੰਦੀ ਕਿ ਮੇਰੇ ਬੱਚੇ ਵੀ ਇਸ ਝੂਠ ਦਾ ਸਹਾਰਾ ਲੈ ਕੇ ਜ਼ਿੰਦਗੀ ਜਿਉਣ। ਕਦੇ ਵੀ ਬੱਚੇ ਝੂਠ ਨਹੀਂ ਬੋਲਣਾ ਚਾਹੀਦਾ। ਹਰ ਇੱਕ ਗੱਲ ਸੱਚੇ ਮਨ ਨਾਲ, ਸੱਚ ਨਾਲ ਕਰੋ, ਤਾਂ ਕਿ ਲਾਈਫ ਵਿੱਚ ਜਦੋਂ ਵੀ ਅੱਗੇ ਵਧੋ ਅਤੇ ਸੱਚਾਈ ਦੇ ਨਾਲ ਅੱਗੇ ਵਧੋ। ਧੰਨਵਾਦ।